ਕਿਸਾਨਾਂ ਦੀ ਕੇਂਦਰ ਦੇ ਨਾਲ 8ਵੇਂ ਗੇੜ ਦੀ ਮੀਟਿੰਗ ਵੀ ਫੇਲ ਰਹੀ ਹੈ। ਤਰੀਕਾਂ ਉੱਤੇ ਤਰੀਕਾਂ ਪੈ ਰਹੀਆਂ ਨੇ ਪਰ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਹੁਣ ਕਿਸਾਨਾਂ ਦੀ ਰਣਨੀਤੀ ਕੀ ਹੋਵੇਗੀ, ਕਿਉਂਕਿ ਕੱਲ ਦੀ ਮੀਟਿੰਗ ਦੇ ਵਿੱਚ 2-3 ਇੰਟਰਸਟਿੰਗ ਗੱਲਾਂ ਹੋਈਆਂ। ਕੇਂਦਰ ਸਰਕਾਰ ਨੇ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਲਓ ਜਾਂ ਫਿਰ ਜੇ ਅਸੀਂ ਕਾਨੂੰਨ ਰੱਦ ਕਰਨ ਵਾਲੇ ਪਾਸੇ ਆਉਨੇ ਆ ਤਾਂ 400 ਜਥੇਬੰਦੀਆਂ ਹੋਰ ਹੈਗੀਆਂ ਨੇ, ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ। ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ, 11 ਤਰੀਕ ਤੋਂ ਕੀ ਆਸਾਂ ਨੇ, 15 ਤਰੀਕ ਜਿਹੜੀ ਮੀਟਿੰਗ ਦੀ ਪਈ ਹੈ ਉਸ ਮੀਟਿੰਗ ਨੂੰ ਕਿਸ ਤਰੀਕੇ ਨਾਲ ਕਿਸਾਨ ਦੇਖਦੇ ਨੇ। ਮੇਰੇ ਨਾਲ ਕਿਸਾਨਾਂ ਦੇ ਸੀਨੀਅਰ ਆਗੂ ਬਲਦੇਵ ਸਿਰਸਾ ਨੇ, ਗੱਲਬਾਤ ਕਰਦੇ ਆ ਕਿ ਅਗਲੀ ਰਣਨੀਤੀ ਕਿਹੋ ਜਿਹੀ ਹੋਣ ਵਾਲੀ ਹੈ। ਸਿਰਸਾ ਸਾਹਿਬ, ਕੱਲ ਦੀ ਮੀਟਿੰਗ ਜਿਹੜੀ ਬਹੁਤ ਜ਼ਿਆਦਾ ਬੇਸਿੱਟਾ ਨਿਕਲੀ, ਉਹਦੇ ਵਿੱਚ 2-3 ਉਹਨਾਂ ਨੇ ਗੱਲਾਂ ਕੀਤੀਆਂ। ਇੱਕ ਤਾਂ ਸੁਪਰੀਮ ਕੋਰਟ ਦੀ ਗੱਲ ਕੀਤੀ, ਤਾਂ ਸੁਪਰੀਮ ਕੋਰਟ ਦੀ ਉਧਰੋਂ ਤਰੀਕ ਵੀ ਆ ਰਹੀ ਹੈ, ਇੱਕ 11 ਤਰੀਕ ਹੈ, ਤਾਂ ਕਿਸਾਨਾਂ ਨੂੰ ਕੀ ਉਮੀਦਾਂ ਨੇ ਸੁਪਰੀਮ ਕੋਰਟ ਤੋਂ? ਦੇਖੋ, ਸੁਪਰੀਮ ਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਨਾ, ਉਹ ਕੇਵਲ ਸਿਰਫ ਇਸ ਵਾਸਤੇ ਆ ਕਿ ਇਹ ਭਾਰਤ ਸਰਕਾਰ ਗਈ ਸੀ ਕਿ ਇਸ ਕਿਸਾਨਾਂ ਨੇ ਸੜਕਾਂ ਰੋਕੀਆਂ ਹੋਈਆਂ ਨੇ ਤੇ ਇਹ ਸੜਕਾਂ ਖਾਲੀ ਕਰਵਾਈਆਂ ਜਾਣ। ਇਹ ਸੀ ਇੱਕ ਕਿਸੇ ਹੋਰ ਕੋਲੋਂ, ਆਪਣੇ ਚਹੇਤੇ ਕੋਲੋਂ ਉਹਨਾਂ ਨੇ ਇੱਕ ਕਾਨੂੰਨਾਂ ਦੇ ਖਿਲਾਫ ਜਿਹੜੀ ਸੀ ਪਟੀਸ਼ਨ ਪਾਈ ਸੀ। ਇਹਦੇ ਪਿੱਛੇ ਸਰਕਾਰ ਦੀ ਮਨਸਾ ਇਹ ਸੀ ਕਿ ਸੁਪਰੀਮ ਕੋਰਟ 'ਚ ਅਸੀਂ ਜਾਵਾਂਗੇ ਤੇ ਇਹ ਸੜਕਾਂ ਜਿਹੜੀਆਂ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਅਸੀਂ ਖਾਲੀ ਕਰਾ ਲਾਂਗੇ। ਲੇਕਿਨ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਨੂੰ ਪਹਿਲਾਂ ਝਾੜਾਂ ਪਈਆਂ ਕਿ ਇਹ ਕਿਸਾਨ ਆਪਣਾ ਜਿਹੜਾ ਹੈ ਇਹ ਸੜਕਾਂ ਉਹਨਾਂ ਨੇ ਨਹੀਂ ਰੋਕੀਆਂ, ਉਹ ਦਿੱਲੀ ਨੂੰ ਆ ਰਹੇ ਸੀ ਤੇ ਤੁਸੀਂ ਸੜਕਾਂ ਜਿਹੜੀਆਂ ਨੇ ਆਪ ਉਹਨਾਂ ਨੇ ਰੋਕ ਲਾਈਆਂ ਨੇ ਤਾਂ ਉੱਥੇ ਬੈਠੇ ਨੇ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਦੂਸਰੀ ਜਿਹੜੀ ਪਟੀਸ਼ਨ ਉਹਨਾਂ ਨੇ ਆਪਣੇ ਚਹੇਤਿਆਂ ਕੋਲੋਂ ਪਵਾਈ ਹੈ ਕਿ ਇਹ ਕਾਨੂੰਨ ਰੱਦ ਨੂੰ, ਤੋਂ ਉਹਨਾਂ ਦੀ ਮਨਸਾ ਇਹ ਹੈ ਕਿ ਇਹ ਕਾਨੂੰਨ ਜਿਹੜੇ ਨੇ ਉਹਨੇ ਰੱਦ ਕਰਾਉਣ ਵਾਸਤੇ ਪਾਈ ਹੈ ਤੇ ਸੁਪਰੀਮ ਕੋਰਟ 'ਚੋਂ ਉਹਨਾਂ ਨੂੰ ਇਹ ਹੈ ਕਿ ਸਾਨੂੰ ਰਿਲੀਫ ਮਿਲ ਜਾਏਗੀ ਤੇ ਇਹ ਕਾਨੂੰਨ ਜਿਹੜੇ ਨੇ ਸਹੀ ਜਿਹੜੇ ਕਰਾਰ ਦਿੱਤੇ ਜਾਣਗੇ। ਇਹ ਦੋ ਪਟੀਸ਼ਨਾਂ ਜਿਹੜੀਆਂ ਨੇ ਵੱਖ-ਵੱਖ ਚੱਲ ਰਹੀਆਂ ਨੇ ਤੇ ਉਹਨਾਂ ਕੇਂਦਰ ਸਰਕਾਰ ਸੁਪਰੀਮ ਕੋਰਟ ਦਾ ਸਹਾਰਾ ਲੈ ਸਕਦੀ ਹੈ। ਦੇਖੋ, ਕੇਂਦਰ ਸਰਕਾਰ ਜੋ ਮਰਜ਼ੀ ਕਰੇ, ਇਹ ਕੱਲ ਬੜੀ ਖੁੱਲ੍ਹ ਕੇ ਗੱਲ ਕਹਿਤੀ ਉਹਨਾਂ ਨੂੰ ਵੀ ਇਸ ਟਾਈਮ ਤੇ ਜਿਸ ਸਟੇਜ ਤੇ ਇਹ ਅੰਦੋਲਨ ਪਹੁੰਚ ਚੁੱਕਾ ਹੈ, ਇਸ ਸਟੇਜ ਤੇ ਸਾਨੂੰ ਨਹੀਂ ਉਮੀਦ ਹੈਗੀ ਵੀ ਸੁਪਰੀਮ ਕੋਰਟ ਜਿਹੜੀ ਆ ਕੋਈ ਇਸ ਤਰ੍ਹਾਂ ਦਾ ਫੈਸਲਾ ਕਰੇਗੀ, ਕਿਉਂਕਿ ਸੁਪਰੀਮ ਕੋਰਟ ਨੇ ਲੋਕਾਂ ਨੂੰ ਇਨਸਾਫ ਦੇਣਾ ਹੈ। ਤੇ ਜੇ ਸੁਪਰੀਮ ਕੋਰਟ ਹੀ ਇਸ ਤਰ੍ਹਾਂ ਦੇ ਫੈਸਲੇ ਕਰਨ ਲੱਗੀ ਜਿਸ ਤਰ੍ਹਾਂ ਉਹਨਾਂ ਨੇ ਜੋ ਆਸਾ ਰੱਖੀ ਹੈ ਸਰਕਾਰ ਨੇ, ਇਸੇ ਕਰਕੇ ਸਾਨੂੰ ਉਹਨਾਂ ਨੇ ਕੱਲ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਅਸੀਂ ਵੀ ਸੁਪਰੀਮ ਕੋਰਟ ਜਾਂਦੇ ਹਾਂ, ਅਸੀਂ ਉੱਥੇ ਆਹ ਕਵਾਂਗੇ, ਤੁਸੀਂ ਉੱਥੇ ਆਹ ਕਹਿ ਦਿਓ। ਤੇ ਅਸੀਂ ਉੱਥੇ 2 ਟੁਕ ਜਵਾਬ ਦਿੱਤਾ ਸੀ ਕਿ ਇਹ ਕੇਸ ਜਿਹੜੇ ਕਾਨੂੰਨ ਨੇ ਇਹ ਸੁਪਰੀਮ ਕੋਰਟ ਨੇ ਨਹੀਂ ਬਣਾਏ, ਇਹ ਕਾਨੂੰਨ ਤੁਸੀਂ ਬਣਾਏ ਆ, ਤੁਸੀਂ ਜਵਾਬ ਦਿਓ ਤੇ ਇਹ ਤੁਸੀਂ ਹੀ ਰੱਦ ਕਰੋ, ਅਸੀਂ ਸੁਪਰੀਮ ਕੋਰਟ ਨਹੀਂ ਜਾਣਾ। ਔਰ ਉਹਨਾਂ ਨੂੰ ਇਹ ਵੀ ਗੱਲ ਕਹਿਤੀ ਕਿ ਇਸ ਟਾਈਮ ਦੇ ਉੱਤੇ ਇਹ ਜਿਹੜਾ ਅੰਦੋਲਨ ਹੈ ਇਸ ਸਿਖਰ ਤੇ ਪਹੁੰਚ ਚੁੱਕਾ ਹੈ ਕਿ ਜੇ ਮੰਨ ਲਓ ਕਿ ਸੁਪਰੀਮ ਕੋਰਟ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਕਿਸਾਨਾਂ ਦੇ ਖਿਲਾਫ ਫੈਸਲਾ ਕਰਦੀ ਆ ਤੇ ਉਹ ਜਿਹੜੇ ਕਿਸਾਨ ਨੇ ਇਸ ਟਾਈਮ ਤੇ ਉਹ ਮੰਨਣ ਦੀ ਜਿਹੜੀ ਆ ਉਹ ਪੋਜੀਸ਼ਨ ਵਿੱਚ ਨਹੀਂ ਹੈ। ਸਾਹਿਬ, ਸੰਵਿਧਾਨਿਕ ਤੌਰ ਦੇ ਉੱਪਰ ਜੇ ਮੈਂ ਗੱਲ ਕਰਾਂ ਤਾਂ ਸੁਪਰੀਮ ਕੋਰਟ ਇਹ ਕਾਨੂੰਨ ਰੱਦ ਕਰ ਸਕਦੀ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਸਾਰੇ ਪਾਸ ਹੋਏ ਨੇ, ਸਭ ਕੁਝ ਇਹ ਕਾਨੂੰਨ ਦੇ ਵਿੱਚ ਤਬਦੀਲ ਹੋ ਚੁੱਕੇ ਨੇ, ਤਾਂ ਸੁਪਰੀਮ ਕੋਰਟ ਰੱਦ ਕਰ ਸਕਦੀ ਹੈ ਕਿ ਜਾਂ ਸਟੇ ਲਾ ਸਕਦੀ ਹੈ ਇਹਦੇ ਉੱਤੇ? ਦੇਖੋ, ਗੱਲ ਇਹ ਹੈ ਕਿ ਇਹ ਅੱਜ ਕੱਲ ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਅਦਾਲਤਾਂ ਦੇ ਉੱਤੇ ਉਹਨਾਂ ਭਰੋਸਾ ਨਹੀਂ ਰਿਹਾ। ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੇ ਇਮਾਨਦਾਰ ਜੱਜ ਸੀ ਉਹਨਾਂ ਦੇ ਕਤਲ ਹੋਏ ਨੇ, ਇਸ ਤੋਂ ਵੱਡੀ ਕੋਈ ਮਿਸਾਲ ਹੋਰ ਨਹੀਂ ਹੋ ਸਕਦੀ। ਇੱਥੋਂ ਦੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹ ਪ੍ਰੈਸ ਮੀਟਿੰਗਾਂ ਕਰਦੇ ਨੇ, ਉਹ ਪੀਸੀ ਕਿਉਂ ਕਰਦੇ ਨੇ? ਉਹ ਆ ਕੇ ਤੇ ਉਹਨਾਂ ਨੂੰ ਬੋਲਣਾ ਪੈਂਦਾ। ਕਿਉਂ ਬੋਲਣਾ ਪੈਂਦਾ? ਇਹ ਤੁਹਾਡੇ ਸਾਹਮਣੇ ਇੱਕ ਸਬੂਤ ਹੈ। ਇਸ ਕਰਕੇ ਇਹ ਜਿਹੜੇ ਕਾਨੂੰਨ ਹੈ, ਸਰਕਾਰ ਜੇ ਚਾਹਵੇ ਤੇ ਉਹ ਆਪਣੀ ਖਲੜੀ ਬਚਾਉਣ ਵਾਸਤੇ, ਹੁਣ ਜਿਸ ਤਰ੍ਹਾਂ ਸਰਕਾਰ ਕੜਕੀ 'ਚ ਫਸ ਗਈ ਹੈ ਤੇ ਉਹ ਹੁਣ ਆਪ ਤਾਂ ਪਿੱਛੇ ਹਟ ਨਹੀਂ ਸਕਦੀ ਤੇ ਹੋ ਸਕਦਾ ਹੈ ਕਿ ਉਹ ਸੁਪਰੀਮ ਕੋਰਟ ਦੇ ਰਾਹੀਂ ਵੀ ਇਹਨਾਂ ਕਾਨੂੰਨਾਂ ਨੂੰ ਜਿਹੜਾ ਉਹ ਚਾਹੇ ਤਾਂ ਰੱਦ ਕਰਾ ਸਕਦੀ ਹੈ, ਆਪਣੀ ਜਾਨ ਬਚਾਉਣ ਵਾਸਤੇ ਹੋ ਸਕਦਾ ਹੈ। ਉਹ ਸੁਪਰੀਮ ਕੋਰਟ ਦੇ ਰਾਹੀਂ ਰੱਦ ਕਰਵਾ ਸਕਦੇ ਨੇ, ਇਹ ਤੁਹਾਡਾ ਮੰਨਣਾ ਹੈ? ਬਿਲਕੁਲ ਕਰਵਾ ਸਕਦੀ ਹੈ ਸਰਕਾਰ, ਕੀ ਨਹੀਂ ਕਰਾ ਸਕਦੀ, ਕਿਉਂਕਿ ਅੱਜ ਜਿਹੜੀਆਂ ਅਦਾਲਤਾਂ ਨੇ, ਮਾਫ ਕਰਨਾ ਅਸੀਂ ਅਦਾਲਤਾਂ ਦੇ ਇਹਨਾਂ ਨਹੀਂ ਕਰਦੇ, ਫਿਰ ਵੀ ਮੈਂ ਤਾਂ ਉਹ ਆਦਮੀ ਆ ਕਿ ਜਿਹੜਾ ਬਹੁਤ ਸਾਰੇ ਕੇਸ ਜਿਹੜੇ ਨੇ ਮੈਂ ਅਦਾਲਤਾਂ 'ਚ ਲੈ ਕੇ ਖੁਦ ਜਾ ਰਿਹਾ। ਜਿਸ ਤਰ੍ਹਾਂ ਗੰਨੇ ਦੇ ਬਕਾਏ ਦੇ ਕੇਸ ਨੇ, ਜਾਂ ਨਸ਼ਿਆਂ ਦੇ ਸੰਬੰਧ ਵਿੱਚ, ਜਾਂ ਹੋਰ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ, ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਕਰਤੂਤਾਂ, ਉਹਨਾਂ ਦੇ ਸੰਬੰਧ ਵਿੱਚ ਕਾਨੂੰਨੀ ਲੜਾਈ ਬਹੁਤ ਲੜ ਰਿਹਾ। ਪਰ ਇਸ ਟਾਈਮ ਤੇ ਜਿਹੜੇ ਹਾਲਾਤ ਬਣੇ ਨੇ, ਜੋ ਕਿਸਾਨਾਂ ਦੀ ਜਿਹੜੀ ਆਮ ਕਿਸਾਨਾਂ ਦੀ ਜਿਹੜੀ ਸੋਚ ਹੈ ਜਾਂ ਕਿਸਾਨ ਸੰਗਠਨਾਂ ਦੀ ਸੋਚ ਹੈ, ਉਹਨੇ ਇਸ ਟਾਈਮ ਤੇ ਇਹ ਗੱਲ ਸੋਚਣ ਵਾਸਤੇ ਆਮ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ। ਸਾਹਿਬ, ਇਹ ਦੱਸੋ ਕਿ ਜੇ ਕਾਨੂੰਨਾਂ ਦੇ ਉੱਪਰ ਸੁਪਰੀਮ ਕੋਰਟ ਸਟੇ ਲਾ ਦਿੰਦੀ ਹੈ, ਰੋਕ ਲਾ ਦਿੰਦੀ ਹੈ ਕੁਝ ਸਮੇਂ ਲਈ, ਜਾਂ ਫਿਰ ਉਹ ਕੋਈ ਫੈਸਲਾ 11 ਤਰੀਕ ਨੂੰ ਤੁਹਾਡੇ ਖਿਲਾਫ ਸੁਣਾ ਦਿੰਦੀ ਆ, ਤਾਂ ਕਿਸਾਨ ਟਸ ਤੋਂ ਮਸ ਹੋਣਗੇ ਇਥੋਂ? ਬਿਲਕੁਲ,
ਕਿਸਾਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ, ਕਿਉਂਕਿ ਕਿਸਾਨ ਇਸ ਟਾਈਮ ਤੇ ਮਰੋ ਜਾਂ ਕਰੋ ਇਸ ਨੀਅਤ ਤੇ ਚੱਲ ਰਹੇ ਨੇ। ਇਸ ਤੋਂ ਪਿੱਛੇ ਕੋਈ ਵੀ ਨਹੀਂ ਹਟੇਗਾ, ਨਾ ਹੀ ਹਟਣ ਵਾਲੀ ਹੁਣ ਇਸ ਟਾਈਮ ਤੇ ਪੋਜੀਸ਼ਨ। ਦੂਸਰੀ ਗੱਲ ਇਹ ਹੈ ਕਿ ਕੱਲ ਕੇਂਦਰ ਨੇ ਇਹ ਗੱਲ ਆਖੀ ਕਿ 400 ਜਥੇਬੰਦੀਆਂ ਬਾਕੀ ਪਈਆਂ ਨੇ। ਠੀਕ ਹੈ, ਤੁਸੀਂ ਵੀ 532 ਇੱਕ ਪਾਸੇ ਹੋ, ਪਰ 400 ਜਥੇਬੰਦੀਆਂ ਹੋਰ ਨੇ ਜਿਹੜੀਆਂ ਇਸ ਕਾਨੂੰਨ ਦੇ ਹੱਕ ਦੇ ਵਿੱਚ ਨੇ। ਤਾਂ ਤੁਸੀਂ ਉਹਨਾਂ ਕੋਲ ਡਿਟੇਲ ਮੰਗੀ ਕੋਈ ਕਿ ਕਿਹੜੀਆਂ ਨੇ 400? ਬਿਲਕੁਲ ਪੁੱਛਿਆ ਸੀ ਤੇ ਦੱਸੋ ਕਿੱਥੇ ਨੇ, ਕਿਹੜੀਆਂ ਤੁਸੀਂ ਗੁਫਾਵਾਂ ਦੇ ਵਿੱਚ ਉਹ ਰੱਖੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਅੱਜ ਤੱਕ ਜਿਨ੍ਹਾਂ ਨੇ ਕਿਤੇ ਕਿਸਾਨਾਂ ਦੀ ਗੱਲ ਕੀਤੀ ਹੋਵੇ। ਅਸੀਂ ਉਹਨਾਂ ਨੂੰ ਇਹ ਗੱਲ ਦਾ ਜਿਹੜਾ ਸੀ ਜਵਾਬ ਦੋ ਟੁਕ ਦਿੱਤਾ ਸੀ ਕਿ ਉਹ ਕਿਸਾਨ ਉਹ ਨੇ ਜਿਸ ਤਰ੍ਹਾਂ ਕਿ ਹਰ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਜਦੋਂ ਰੂਲ ਸੱਤਾ 'ਚ ਹੁੰਦੀ ਆ ਤੇ ਫਿਰ ਜਾਂ ਆਪੋਜੀਸ਼ਨ 'ਚ ਵੀ ਹੋਵੇ ਤੇ ਉਹਨਾਂ ਨੇ ਕਈ ਢਗਾਉਣ ਰਚੇ ਹੁੰਦੇ ਨੇ ਕਿ ਉਹਨਾਂ ਨੇ ਮਜ਼ਦੂਰ ਵਰਗ ਵੀ ਰੱਖਿਆ ਹੁੰਦਾ, ਨੇ ਵਪਾਰੀ ਵਰਗ ਰੱਖਿਆ ਹੁੰਦਾ, ਉਹਨਾਂ ਨੇ ਕਿਸਾਨ ਵਿੰਗ ਬਣਾਏ ਹੁੰਦੇ ਆ। ਸੋ ਇਸ ਕਰਕੇ ਇਹ ਜਿਹੜਾ ਤੁਸੀਂ ਜਿਹੜੇ ਨੇ ਉਹ ਆਪਣੇ ਹੀ ਤੋਤੇ ਜਿਹੜੇ ਆ ਉਹ ਰੱਖੇ ਨੇ, ਇਹ ਕਿਸਾਨ ਨਹੀਂ, ਉਹ ਤੁਹਾਡੇ ਹੀ ਮਤਲਬ ਕਿ ਜਿਹੜੇ ਤੋਤੇ ਤੁਸੀਂ ਪਾਲਦੇ ਹੋ ਜਿਨ੍ਹਾਂ ਤੋਂ ਕੰਮ ਲੈਣ ਵਾਸਤੇ ਉਹ ਲੋਕ ਨੇ, ਸੋ ਕਿਸਾਨ ਨਹੀਂ। ਉਹਨਾਂ ਕੋਲ ਕੋਈ ਜਵਾਬ ਨਹੀਂ ਇਸ ਗੱਲ ਦਾ। ਅੱਛਾ, ਜਿੱਦਾਂ ਕੱਲ ਮੀਟਿੰਗ ਇੰਨੀ ਬੇਸਿੱਟਾ ਰਹੀ ਹੈ, ਪਹਿਲੀਆਂ ਮੀਟਿੰਗਾਂ ਨਾਲੋਂ ਵੀ ਜ਼ਿਆਦਾ ਬੇਸਿੱਟਾ ਰਹੀ ਹੈ। ਉਮੀਦ ਸੀਗੀ ਕਿ ਸ਼ਾਇਦ ਕੱਲ ਕੋਈ ਪੋਜ਼ਿਟਿਵ ਗੱਲ ਹੋ ਸਕਦੀ ਹੈ। ਕੱਲ ਦੀ ਮੀਟਿੰਗ ਤੋਂ ਮਨਸ਼ਾ ਕੀ ਲੱਗਦੀ ਹੈ? ਕੀ ਮੰਥਨ ਕੀਤਾ ਤੁਸੀਂ ਕੱਲ ਦੀ ਮੀਟਿੰਗ ਤੋਂ? ਇੱਕ ਗੱਲ ਸੁਣ ਲਓ, ਮੈਂ ਮੀਟਿੰਗ ਜਾਣ ਤੋਂ ਪਹਿਲਾਂ ਜਿੰਨੇ ਵੀ ਮੇਰੇ ਤੋਂ ਪੁੱਛਿਆ ਤਾਂ ਮੈਨੂੰ ਗੱਲ ਕਹੀ ਸੀ ਕਿ ਮੀਟਿੰਗ 'ਚ ਕੁਝ ਨਹੀਂ ਨਿਕਲਣ ਵਾਲਾ, ਤੇ ਉਹੀ ਗੱਲ ਹੋਈ। ਸਾਡਾ ਜਿਹੜੀਆਂ ਉਹਨਾਂ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਮੀਟਿੰਗਾਂ ਨੇ, ਉਹਨਾਂ ਮੀਟਿੰਗਾਂ ਤੇ ਉਹਨਾਂ ਦੇ ਹਾਵ ਭਾਵ, ਉਹਨਾਂ ਦਾ ਬੋਲਚਾਲ ਦਾ ਲਹਿਜਾ ਹਰ ਵਾਰੀ ਇੱਕੋ ਹੀ ਤੋਤਾ ਰੱਟ ਕਿ ਤੁਸੀਂ ਸੰਸ਼ੋਧਨ ਕਰਾ ਲਓ, ਉਸ ਗੱਲ ਤੋਂ ਪਿੱਛੇ ਨਹੀਂ ਹਟੇ। ਤੇ ਕੱਲ ਵੀ ਐਸੀ ਕੋਈ ਗੱਲ ਨਹੀਂ ਸੀ ਹੈਗੀ ਕਿ ਜਿਹੜੀ ਉਹ ਮੀਟਿੰਗ ਦੇ ਵਿੱਚ ਕੋਈ ਨਿਕਲਦਾ। ਸੋ ਇਹ ਮੀਟਿੰਗ ਬੇਸਿੱਟਾ ਰਹਿਣ ਦਾ ਸਾਨੂੰ ਪਹਿਲਾਂ ਹੀ ਪਤਾ ਸੀ। 15 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਤੋਂ ਉਮੀਦ ਰੱਖਦੇ ਹੋ? ਕਿਉਂਕਿ ਅਗਲੇ ਪਾਸੇ 26 ਤਰੀਕ ਆ ਰਹੀ ਹੈ, ਤਾਂ 26 ਤਰੀਕ ਨੂੰ ਜੇ ਅੰਦੋਲਨ ਗਾਂ ਵੱਧਦਾ ਆ ਤਾਂ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ, ਚਾਹੇ ਆਪਾਂ ਜਾਨੀ ਮਾਲੀ ਦਾ ਵੀ ਗੱਲ ਕਰ ਲਈਏ। ਤਾਂ ਉਸ ਤੋਂ ਪਹਿਲਾਂ ਲੱਗਦਾ ਹੈ ਕਿ ਸਰਕਾਰ ਕੋਈ ਇਸ ਤਰੀਕੇ ਦਾ ਫੈਸਲਾ 15 ਤਰੀਕ ਨੂੰ ਮੀਟਿੰਗ ਦੇ ਵਿੱਚ ਲੈ ਸਕਦੀ ਹੈ? ਦੇਖੋ, ਇਹ ਗੱਲ ਜਿਹੜੀ ਆ ਮੈਂ ਤੁਹਾਨੂੰ ਸਪਸ਼ਟ ਕਰ ਦੇਣੀ ਚਾਹੁੰਦਾ ਕਿ 15 ਤਰੀਕ ਨੂੰ ਵੀ ਕੁਝ ਨਹੀਂ ਹੋਣ ਵਾਲਾ ਆ। ਪਰ ਇੱਕ ਗੱਲ ਮੈਂ ਤੁਹਾਨੂੰ ਇਹ ਦੱਸ ਦੇਣੀ ਚਾਹੁੰਦਾ ਹੈ ਕਿ ਜੇਕਰ 26 ਜਨਵਰੀ ਤੋਂ ਪਹਿਲਾਂ ਸਰਕਾਰ ਨੇ ਕੁਝ ਨਾ ਕੀਤਾ ਤੇ ਫਿਰ ਇਹ ਸਪਸ਼ਟ ਹੈ ਕਿ ਸਰਕਾਰ ਸਾਡੇ ਖੂਨ ਦੀ ਪਿਆਸੀ ਆ। ਤੇ ਉਹ ਜਦੋਂ ਕਿ ਪਿੱਛੇ ਹੁਣ ਜਿਹੜਾ 26 ਜਨਵਰੀ ਦਾ ਅਸੀਂ ਹੁਣ ਐਲਾਨ ਕਰਤਾ ਹੈ, ਪਿੱਛੇ ਅਸੀਂ ਵੀ ਨਹੀਂ ਹਟਣਾ। ਹੁਣ ਆਗੂ ਜਿਹੜੇ ਨੇ ਉਹ ਅੱਗੇ ਲੱਗਣਗੇ, ਉਸ ਤੋਂ ਪਿੱਛੇ ਜਿਹੜੇ ਲੋਕ ਨੇ ਉਹ ਅੱਗੇ ਨਹੀਂ ਟਿਕ ਰਹੇ। ਉਹਨਾਂ ਨੂੰ ਬੜੇ ਅਸੀਂ ਮੁਸ਼ਕਲ ਦੇ ਨਾਲ ਜਿਹੜਾ ਉਹ ਟਿਕਾ ਕੇ ਰੱਖਿਆ, ਕਿਉਂਕਿ ਇਹਨਾਂ ਲੰਬਾ ਸਮਾਂ। ਤੁਹਾਨੂੰ ਜੇ ਲੱਗਦਾ ਕਿ 15 ਤਰੀਕ ਤੋਂ ਵੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵੀ ਕੁਝ ਨਹੀਂ ਨਿਕਲਣਾ, ਤੇ ਲੱਗਦਾ ਕਿ ਫਿਰ 26 ਜਨਵਰੀ ਨੂੰ ਤਾਂ ਫਿਰ ਅੰਦੋਲਨ ਤਿੱਖਾ ਹੋਊਗਾ ਹੀ ਹੋਊਗਾ? ਬਿਲਕੁਲ ਅੰਦੋਲਨ ਤਿੱਖਾ ਹੋਏਗਾ। 26 ਜਨਵਰੀ ਤੋਂ ਪਹਿਲਾਂ ਜੇ ਸਰਕਾਰ ਵਾਕਈ ਕਿਸਾਨਾਂ ਪ੍ਰਤੀ ਕਹਿੰਦੇ ਆ ਕਿ ਅਸੀਂ ਕਿਸਾਨ ਹਿਤੈਸ਼ੀ ਆ, ਤੇ ਫਿਰ ਉਹ ਇਹ ਕਰ ਵੀ ਸਕਦੇ ਆ, ਪਰ ਜੇ ਕਰਨਾ ਚਾਹਣ ਤਾਂ ਹੈ। ਲੱਗਦਾ ਤੁਹਾਨੂੰ ਕਿਉਂਕਿ ਤੁਹਾਡਾ ਬੜਾ ਤਜਰਬਾ ਆ ਇਸ ਅੰਦੋਲਨਾਂ ਦਾ ਵੀ, ਤਾਂ ਜਾਂ ਤੁਹਾਡਾ ਕਾਨੂੰਨੀ ਤੌਰ ਦੇ ਉੱਪਰ ਵੀ ਵੱਡਾ ਤਜਰਬਾ ਆ, ਤਾਂ ਸਰਕਾਰਾਂ ਦੇ ਨਾਲ ਵੱਡੇ ਆਗੂਆਂ ਨਾਲ ਵੀ ਤੁਹਾਡੀ ਬਹਿਣੀ ਉੱਠਣੀ ਰਹੀ ਹੈ ਇਸ ਅੰਦੋਲਨ ਤੋਂ ਪਹਿਲਾਂ। ਲੱਗਦਾ ਤਜਰਬੇ ਦੇ ਹਿਸਾਬ ਨਾਲ ਲੱਗਦਾ ਕਿ 26 ਜਨਵਰੀ ਵਾਲੇ ਤੋਂ ਪਹਿਲਾਂ ਹੋ ਜੂ ਮਸਲਾ ਹੱਲ? ਦੇਖੋ, ਬਹੁਤ ਸਾਰੀ ਉਮੀਦ ਹੈ ਕਿ ਹੱਲ ਹੋਏਗਾ, ਹੋਏਗਾ ਤਾਂ ਜੇਕਰ ਸਰਕਾਰ ਜਿਹੜੀ ਹੈ ਇਹਦੀ ਨੀਅਤ ਤੇ ਨੀਤੀ ਸਾਫ਼ ਹੋਈ। ਨਹੀਂ ਤਾਂ ਜੇਕਰ ਕਾਰਪੋਰੇਟ ਘਰਾਣਿਆਂ ਦੀ ਗੱਲ ਚੱਲ ਗਈ ਤੇ ਉਹਨਾਂ ਨੂੰ ਕੀ ਫਰਕ ਪੈਂਦਾ, ਕਿਉਂਕਿ ਬਦਨਾਮ ਤਾਂ ਸਰਕਾਰ ਨੇ ਹੋਣਾ। ਜੇ ਫਿਰ ਇਹ ਜਿਹੜੇ ਕਾਨੂੰਨ ਨੇ ਇਹ ਰੱਦ ਤਾਂ ਹੋਣਗੇ ਤਾਂ ਫਿਰ ਇਹ ਆਪੇ ਸਾਨੂੰ ਜਿਹੜੀਆਂ ਨੇ ਉਹ ਕੁਰਬਾਨੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕਿ 80 ਦੇ ਕਰੀਬ ਤਾਂ ਸਾਡੇ ਕਿਸਾਨਾਂ ਦੀਆਂ ਕੁਰਬਾਨੀਆਂ ਹੋ ਚੁੱਕੀਆਂ ਨੇ। ਤੇ ਜੇ ਅਸੀਂ ਤਾਂ ਕੱਲ ਉਹਨਾਂ ਕਹਿਤਾ ਸੀ ਤੇ 70 ਤੋਂ ਹੋ ਗਈਆਂ, ਤੇ ਕੀ ਤੁਸੀਂ 700 ਕਰਾਉਣਾ ਚਾਹੁੰਦੇ ਹੋ? ਸੋ ਉਹ ਕੱਲ ਵੀ ਕਹਿਤਾ ਸੀ। ਜੇ ਤਾਂ ਸਰਕਾਰ ਇਸੇ ਗੱਲ ਤੇ ਵਜਦ ਹੈ ਤੇ ਅਸੀਂ ਇਹ ਨਹੀਂ ਕਰਨਾ, ਕਾਰਪੋਰੇਟ ਘਰਾਣਿਆਂ ਦੀ ਚੱਲੀ, ਤਾਂ ਫਿਰ ਤਾਂ ਬਹੁਤ ਮੁਸ਼ਕਲ ਹੈ। ਤੇ ਜੇ ਸ਼ਾਇਦ ਇਹ ਸਰਕਾਰ ਨੂੰ ਦਿਸ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਵਾਸਤੇ ਬਹੁਤ ਘਾਤਕ ਹੋਏਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਇਹ ਨੁਕਸਾਨ ਕੋਈ ਕਿਸੇ ਦਾ ਜਾਨੀ ਨੁਕਸਾਨ ਜਾਂ ਮਾਲੀ ਜੇ ਇੱਥੇ ਹੋ ਰਿਹਾ, ਤੇ ਇਹਨਾਂ ਲੋਕਾਂ ਨੇ ਕੀ ਕਰਨਾ ਹੈ ਕਿ ਜਿੱਥੇ ਜਾਨੀ ਨੁਕਸਾਨ ਕਰਨਾ ਉੱਥੇ ਟਰੈਕਟਰ ਟਰਾਲੀਆਂ ਨੂੰ ਅੱਗਾਂ ਵੀ ਲਵਾਉਣੀਆਂ ਨੇ। ਇਹਨਾਂ ਨੇ ਬਹੁਤ ਨੁਕਸਾਨ ਕਰਨਾ, ਜਾਨੀ ਤੇ ਮਾਲੀ ਦੋਵੇਂ ਨੁਕਸਾਨ ਹੋਣੇ ਆ। ਜਿਹੜੇ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਆਏ ਆ, ਇਹਨਾਂ ਨੇ ਨਸੀਹਤ ਦੇਣੀ ਆ ਕਿ ਅੱਗੇ ਤੋਂ ਕੋਈ ਨਾ ਆਵੇ। ਸੋ ਇਸ ਤਰ੍ਹਾਂ ਦੇ ਕੰਮ ਇਹ ਕਰ ਸਕਦੇ ਆ, ਪਰ ਇਸ ਟਾਈਮ ਤੇ ਪੂਰੇ ਸੰਸਾਰ ਵਿੱਚ ਇਸ ਅੰਦੋਲਨ ਦੀ ਜਿਹੜੀ ਛਵੀ ਆ ਉਹ ਬਹੁਤ ਵੱਡੇ ਪੱਧਰ ਤੇ ਉੱਭਰ ਚੁੱਕੀ ਆ। ਪੂਰੀ ਦੁਨੀਆ ਇਸ ਟਾਈਮ ਤੇ ਨਾਲ ਆ। ਉਸ ਮਤਲਬ ਕਿ ਇਹਨਾਂ ਹਾਲਾਤਾਂ ਨੂੰ
ਮੱਦੇਨਜ਼ਰ ਰੱਖਦਿਆਂ ਮੈਂ ਸਮਝਦਾ ਹਾਂ ਕਿ ਇਸ ਸੰਘਰਸ਼ ਤੋਂ ਪਹਿਲਾਂ ਜਿਹੜਾ ਹੈ 26 ਜਨਵਰੀ ਤੋਂ ਪਹਿਲਾਂ ਉਹ ਹੱਲ ਕੱਢਣਗੇ ਤੇ ਇਹ ਨੁਕਸਾਨ ਨਹੀਂ ਹੋਵੇਗਾ। ਧੰਨਵਾਦ ਬਲਦੇਵ ਸਿਰਸਾ। ਇਹ ਨੇ ਕਿਸਾਨਾਂ ਦੇ ਸੀਨੀਅਰ ਲੀਡਰ, ਕਾਫੀ ਤਜਰਬਾ ਆਇਆ ਇਹਨਾਂ ਦਾ। ਕਹਿੰਦੇ ਨੇ ਕਿ 15 ਦੀ ਮੀਟਿੰਗ ਤੋਂ ਵੀ ਸਾਨੂੰ ਕੋਈ ਬਹੁਤਾ ਵੱਡਾ ਜਿਹੜਾ ਵਾ ਉਹ ਨਿਕਲਣ ਦਾ ਮਸਲਾ ਹੱਲ ਹੋਣ ਦੀ ਆਸ ਨਹੀਂ ਹੈ। ਤਾਂ ਸੁਪਰੀਮ ਕੋਰਟ ਦੇ ਉੱਪਰ ਵੀ ਕਹਿੰਦੇ ਨੇ ਕਿ ਸਾਨੂੰ ਕੋਈ ਬਹੁਤੀ ਆਸ ਨਹੀਂ ਹੈ, ਪਰ ਜੇ ਕੋਈ ਵੀ ਫੈਸਲਾ ਸੁਪਰੀਮ ਕੋਰਟ ਸੁਣਾਉਂਦੀ ਹੈ ਤਾਂ ਅਸੀਂ ਉਸ ਦੇ ਉੱਪਰ ਕੋਈ ਅਮਲ ਨਹੀਂ ਕਰਾਂਗੇ। ਕੱਲ ਵੀ ਬਲਬੀਰ ਰਾਜੇਵਾਲ ਹੋਣਾ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਜੇ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸਾਡੇ ਖਿਲਾਫ ਆਉਂਦਾ ਹੈ ਤਾਂ ਇਹ ਅੰਦੋਲਨ ਟਸ ਤੋਂ ਮਸ ਨਹੀਂ ਹੋਵੇਗਾ, ਇਸੇ ਤਰੀਕੇ ਨਾਲ ਬਰਕਰਾਰ ਰਹੇਗਾ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਸਿੰਘੂ ਬਾਰਡਰ।